गुरु जी शुकराना गुरु जी। मैं गुरु जी की संगत दे नाल गुरु जी का शुकराना सत्संग जिहड़ा शेयर करन लगी हां। क्रिसमस वाले दिन गुरु जी ने सत्संग रिकॉर्ड करन दा जिहड़ा मौका दिता, बहुत बहुत शुकराना गुरु जी। लव यू सो मच गुरु जी। तुहाडा होना ही साडी जिंदगी दे विच साडे अपने आप दे लई एक बहुत बड़ा गिफ्ट है और साडे लई क्रिसमस गिफ्ट है। बहुत सारियां ऐसी ब्लैसिंग्स हैं जो ਅਸੀਂ अपने सत्संग ਦੇ ਵਿੱਚ नहीं भी दस पाते बिकॉज ਤੁਸੀਂ ਸਾਨੂੰ हर पल ब्लैस करते हो। सो वी लव यू सो मच गुरु जी। अगर ਤੁਹਾਡਾ ਬਲੇਸਿੰਗਸ ਦੱਸਣ ਦੇ ਵਿੱਚ ਜਾਂ ਕੁਝ ਵੀ ਦੱਸਣ ਵਿੱਚ ਮੇਰੇ ਤੋਂ ਕੋਈ ਵੀ ਗਲਤੀ ਹੋਵੇ ਤਾਂ ਤੁਸੀਂ ਮੈਨੂੰ ਮਾਫ ਕਰਿਓ। ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਹਾਂ ਕਿ ਤੁਸੀਂ ਮੇਰੇ ਤੋਂ ਇਹ ਸਤਸੰਗ ਹਮੇਸ਼ਾ ਜਿਹੜਾ ਰਿਕਾਰਡ ਕਰਵਾਉਂਦੇ ਹੋ। ਲਵ ਯੂ ਸੋ ਮਚ ਗੁਰੂ ਜੀ। ਸੋ ਸੰਗਤ ਜੀ, ਜਿਹੜਾ ਮੈਂ ਆਪਣਾ ਪਹਿਲਾ ਸਤਸੰਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, ਲੁਧਿਆਣਾ ਦੇ ਵਿੱਚ ਜਿਹੜੀ ਹੈ ਤਿਰੂਪਤੀ ਬਾਲਾ ਜੀ ਦੀ ਰਥ ਯਾਤਰਾ ਨਿਕਲੀ। ਸੋ ਮੈਨੂੰ ਇੱਥੇ 9 ਤੋਂ 10 ਸਾਲ ਹੋ ਗਏ ਹਨ, ਬਟ ਅੱਜ ਤੱਕ ਮੈਨੂੰ ਕਦੇ ਵੀ ਇਹ ਮੌਕਾ ਨਹੀਂ ਮਿਲਿਆ ਕਿ ਮੈਂ ਇਸ ਰਥ ਯਾਤਰਾ ਨੂੰ ਜਿਹੜਾ ਇਹਦਾ ਐਕਸਪੀਰੀਅੰਸ ਕਰ ਪਾਵਾਂ। ਬਟ ਸੀਰੀਅਸਲੀ ਸੰਗਤ ਜੀ, ਇੰਨੀ ਜ਼ਿਆਦਾ ਗੁਰੂ ਜੀ ਨੇ ਬਲੇਸਿੰਗਸ ਦਿੱਤੀ। ਸੋ ਮੈਂ ਬਹੁਤ ਦਿਲ ਤੋਂ ਪ੍ਰੇ ਕੀਤੀ ਸੀ। ਮੈਂ ਕਿਹਾ ਗੁਰੂ ਜੀ, ਜਿਵੇਂ ਮਰਜ਼ੀ ਹੋਵੇ ਇਹ ਰਥ ਯਾਤਰਾ ਮੈਂ ਜ਼ਰੂਰ ਅਟੈਂਡ ਕਰਨੀ ਹੈ, ਕਿਉਂਕਿ ਇਹਦੇ ਵਿੱਚ ਹੀ ਕਹਿੰਦੇ ਨੇ ਕਿ ਭਗਵਾਨ ਖੁਦ ਚੱਲ ਕੇ ਤੁਹਾਡੇ ਕੋਲ ਆ ਰਹੇ ਹਨ। ਸੋ ਬਾਲਾ ਜੀ ਉੱਥੋਂ ਅਗਰ ਇੱਥੇ ਤੱਕ ਆਏ ਆ, ਅਸੀਂ ਨਹੀਂ ਪਹੁੰਚ ਪਾ ਰਹੇ, ਸੋ ਕਿਤੇ ਨਾ ਕਿਤੇ ਮੈਂ ਆਪਦੇ ਆਪ ਨੂੰ ਬਹੁਤ ਇਦਾਂ ਲੋ ਫੀਲ ਕਰਨਾ ਸੀ। ਬਟ ਰੀਅਲੀ ਗੁਰੂ ਜੀ ਨੇ ਰਾਤ ਨੂੰ ਜਿਹੜੇ 9:30 ਵਜੇ ਦੇ ਅਰਾਊਂਡ ਜਿਹੜਾ ਕੁਮਾਰ ਮੰਡੀ ਉੱਥੇ ਜਦੋਂ ਰਥ ਯਾਤਰਾ ਨਿਕਲੀ ਤਾਂ ਮੈਂ ਉਹ ਐਕਸਪੀਰੀਅੰਸ ਕੀਤੀ। ਸੋ ਮੇਰੇ ਨਾਲ ਇੱਕ ਇੱਕ ਦੀਦੀ ਗਏ ਸੀ। ਅਸੀਂ ਦੋਨੋਂ ਜਣਿਆਂ ਨੇ ਬਹੁਤ ਭੱਜ ਕੇ ਬਿਲਕੁਲ ਕੁਮਾਰ ਮੰਡੀ ਦੇ ਐਂਡ ਤੋਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਅਸੀਂ ਜਿਹੜੇ ਭੱਜ ਕੇ ਗਏ। ਸਾਨੂੰ ਬਹੁਤ ਵਧੀਆ ਜਿਹੜੇ ਆ ਬਾਲਾ ਜੀ ਨੇ ਦਰਸ਼ਨ ਦਿੱਤੇ। ਲਵ ਯੂ ਸੋ ਮਚ ਗੁਰੂ ਜੀ। ਸੰਗਤ ਜੀ, ਤੁਸੀਂ ਇਹ ਦੇਖੋ, ਜਦੋਂ ਮੈਂ ਘਰੋਂ ਨਿਕਲੀ 3 ਵਾਰ ਮੈਨੂੰ 777 ਦੀ ਕਾਰ ਮਿਲੀ, ਅਲੱਗ-ਅਲੱਗ ਟਾਈਮ ਤੇ ਗੁਰੂ ਜੀ ਵਾਲੀ ਕਾਰ ਮਿਲੀ। ਅਸੀਂ ਜਿੱਥੇ ਵੇਟ ਕਰ ਰਹੇ ਸੀ ਕੁਮਾਰ ਮੰਡੀ ਦੀ ਸਟਾਰਟਿੰਗ ਤੇ, ਜਿੱਥੇ ਐਕਟਿਵਾ ਮੈਂ ਆਪਣਾ ਪਾਰਕ ਕੀਤਾ, ਉੱਥੇ ਵੀ ਗੁਰੂ ਜੀ ਦੀ ਕਾਰ ਖੜੀ ਸੀ। ਵਾਪਸੀ ਤੇ ਜਦੋਂ ਅਸੀਂ ਦਰਸ਼ਨ ਕਰਕੇ ਵਾਪਸ ਆ ਰਹੇ, ਪਹਿਲਾਂ ਸਾਨੂੰ ਉੱਥੇ ਪ੍ਰਸ਼ਾਦ ਮਿਲਿਆ, ਵਾਪਸ ਆਂਦੇ ਵਕਤ ਫੇਰ 777 ਜਿਹੜੀ ਕਾਰ ਮਿਲੀ। ਸੋ ਗੁਰੂ ਜੀ ਹਰ ਪਲ ਨਾਲ ਨੇ। ਇਸ ਤੋਂ ਬਾਅਦ ਵੱਡੀ ਬਲੈਸਿੰਗ ਕੀ ਹੋ ਸਕਦੀ ਹੈ। ਅਨੰਤਮ ਸ਼ੁਕਰਾਨਾ ਗੁਰੂ ਜੀ। ਬਹੁਤ ਹੀ ਜ਼ਿਆਦਾ ਜਿਹੜਾ ਗੁਰੂ ਜੀ ਨੇ ਬਲੈਸ ਕੀਤਾ, ਬਾਲਾ ਜੀ ਨੇ ਬਲੈਸ ਕੀਤਾ। ਸੋ ਥੈਂਕ ਯੂ ਗੁਰੂ ਜੀ। ਲਵ ਯੂ ਸੋ ਮਚ ਗੁਰੂ ਜੀ। ਸੰਗਤ ਜੀ, ਜਿਹੜਾ ਮੈਂ ਆਪਣਾ ਨੈਕਸਟ ਸਤਸੰਗ ਜਿਹੜਾ ਸ਼ੇਅਰ ਕਰਨ ਲੱਗੀ ਹਾਂ ਉਹ ਮੰਡੇ ਦੇ ਦਿਨ ਦਾ ਹੈ। ਸੋ ਮੰਡੇ ਮੈਂ ਜਦੋਂ ਪਾਠ ਕਰ ਰਹੀ ਸੀ ਸ਼ਿਵ ਮੰਦਿਰ ਦੇ ਵਿੱਚ, ਤਾਂ ਅਚਾਨਕ ਇੱਕ ਲੇਡੀ ਆਏ, ਤਾਂ ਉਹਨਾਂ ਨੇ ਇੰਨੇ ਜਣੇ ਪਾਠ ਕਰ ਰਹੇ, ਉਹਨਾਂ ਨੇ ਸਿਰਫ ਮੈਨੂੰ ਜਿਹੜਾ ਹੈ ਏਦਾਂ ਹਿਲਾਇਆ। ਮੈਨੂੰ ਕਹਿੰਦੇ ਕਿ ਤੁਸੀਂ ਲੈ ਲਓ 4 ਪੱਤੀ ਬੇਲ ਪੱਤਰ ਹੈ ਤੇ ਤੁਸੀਂ ਚੜਾਓ। ਗੁਰੂ ਜੀ ਖੁਦ ਸ਼ਿਵ ਮੰਦਿਰ ਚ ਆ ਕੇ ਉਹਨਾਂ ਨੇ ਮੈਨੂੰ ਜਿਹੜਾ ਇਹ ਮੌਕਾ ਦਿੱਤਾ। ਮੈਂ ਤਾਂ ਇਹੀ ਮੰਨਦੀ ਹਾਂ, ਉਹਨਾਂ ਨੇ ਕਿਸੇ ਹੋਰ ਨੂੰ ਨਹੀਂ ਦਿੱਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਤੁਹਾਡੇ ਕੋਲ ਹੈ? ਕਹਿੰਦੇ ਮੇਰੇ ਕੋਲ ਹੈ। ਮੇਰੇ ਕੋਲ 2 ਸੀ, ਇੱਕ ਮੈਂ ਚੜਾਤਾ, ਇੱਕ ਤੁਸੀਂ ਚੜਾਓ। ਸੋ ਉਹਨਾਂ ਨੇ ਦੇਖੋ ਚੰਦਨ ਟਿੱਕਾ ਉਹਦੇ ਤੇ ਲਗਾਇਆ ਹੋਇਆ ਸੀ। ਮੇਰੇ ਹੱਥੋਂ ਗੁਰੂ ਜੀ ਨੇ ਜਿਹੜਾ ਹੈ ਮੰਡੇ ਵਾਲੇ ਦਿਨ ਸ਼ਿਵ ਜੀ ਨੂੰ ਜਿਹੜਾ ਹੈ ਬੇਲ ਪੱਤਰ ਅਰਪਿਤ ਹੋਇਆ 4 ਪੱਤੀ ਵਾਲਾ। ਸੋ ਇਟਸ ਮੋਰ ਦੈਨ ਅ ਬਲੈਸਿੰਗ। ਅਨੰਤਮ ਸ਼ੁਕਰਾਨਾ ਗੁਰੂ ਜੀ। ਸੋ ਮੈਨੂੰ ਗੁਰੂ ਜੀ ਦਾ ਬਾਰ-ਬਾਰ ਮੈਸੇਜ ਆਉਂਦਾ ਹੈ ਕਿ ਬੇਟਾ ਤੂੰ ਆਪਣੇ ਪਤੀ ਦੀ ਤਰਫ ਤੋਂ ਵੀ ਜਿਹੜਾ ਸ਼ੁਕਰਾਨਾ ਕਰ। ਸੋ ਹਜੇ ਜਿਹੜੇ ਮੇਰੇ ਪਤੀ ਹੈ ਗੁਰੂ ਜੀ ਨਾਲ ਨਹੀਂ ਜੁੜੇ, ਉਹ ਗੁਰੂ ਜੀ ਜਾਣਦੇ ਨੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਕਦੋਂ ਜੋੜਨਾ ਹੈ। ਬਟ ਮੇਰੇ ਹਸਬੈਂਡ ਸ਼ਿਵ ਜੀ ਦੀ ਬਹੁਤ ਪੂਜਾ ਕਰਦੇ ਆ। ਸੋ ਮੈਨੂੰ ਪਤਾ ਇਹ ਦਿਨ ਜ਼ਰੂਰ ਆਏਗਾ ਜਦੋਂ ਅਸੀਂ ਇਕੱਠੇ ਜਿਹੜੇ ਹੈ ਗੁਰੂ ਜੀ ਦੇ ਦਰਬਾਰ ਤੇ ਜਾਇਆ ਕਰਾਂਗੇ। ਸੋ ਗੁਰੂ ਜੀ, ਸੋ ਮੈਂ ਆਪਣੇ ਹਸਬੈਂਡ ਦੀ ਤਰਫ ਤੋਂ ਵੀ ਤੁਹਾਡਾ ਸ਼ੁਕਰਾਨਾ ਕਰਦੀ ਹਾਂ। ਤੁਸੀਂ ਉਹਨਾਂ ਨੂੰ ਬਹੁਤ ਸਾਰੀ ਐਸੀ ਚੀਜ਼ਾਂ ਤੋਂ ਪ੍ਰੋਟੈਕਟ ਕਰਦੇ ਹੋ। ਸੋ ਹਰ ਸੁੱਖ ਦੁੱਖ ਵਿੱਚ ਸਾਡੇ ਨਾਲ ਖੜੇ ਰਹਿਣ ਲਈ ਗੁਰੂ ਜੀ ਮੇਰਾ ਔਰ ਮੇਰੇ ਪਤੀ ਦੀ ਤਰਫ ਤੋਂ ਬਹੁਤ ਬਹੁਤ ਸ਼ੁਕਰਾਨਾ। ਮੇਰੇ ਮਾਇਕੇ ਪਰਿਵਾਰ ਵੱਲੋਂ ਔਰ ਸਸੁਰਾਲ ਪਰਿਵਾਰ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ। ਅਨੰਤਮ ਸ਼ੁਕਰਾਨਾ ਗੁਰੂ ਜੀ। ਗੁਰੂ ਜੀ ਇਹ ਕਹਿੰਦੇ ਨੇ ਕਿ ਤੁਹਾਡੀ ਜੋੜੀ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗੇ। ਸੋ ਬਾਰ-ਬਾਰ ਜਿਹੜਾ ਸ਼ੁਕਰਾਨਾ ਕਰਿਆ ਕਰੋ, ਤੁਹਾਡੇ ਕਿੰਨੇ ਹੀ ਕਸ਼ਟ ਜਿਹੜੇ ਮੈਂ ਕੱਟ ਕੇ ਲੈ ਜਾਊਂਗਾ। ਸੋ ਲਵ ਯੂ ਸੋ ਮਚ ਗੁਰੂ ਜੀ। ਅਨੰਤਮ ਸ਼ੁਕਰਾਨਾ ਗੁਰੂ ਜੀ। ਸੰਗਤ ਜੀ, ਮੈਂ ਆਪਣਾ ਅਗਲਾ ਸਤਸੰਗ ਜਿਹੜਾ ਸ਼ੇਅਰ ਕਰਨ ਲੱਗੀ ਹਾਂ ਉਹ ਅਮਾਵਸਿਆ ਤੋਂ ਇੱਕ ਦਿਨ ਪਹਿਲਾਂ ਦਾ ਹੈ। ਸੋ ਦੇਖੋ ਉਸ ਦਿਨ ਸਾਡੇ ਘਰ ਕੀ ਹੋਇਆ। ਮਤਲਬ ਅਸੀਂ ਕੋਈ ਦਵਾਈ ਵੀ ਨਹੀਂ ਸੀ ਪਾਈ, ਬਟ ਸਾਡੀ ਕਿਚਨ ਦੇ ਵਿੱਚ ਜਿਹੜਾ ਹੈ ਚੂਹਾ ਮਰ ਗਿਆ, ਬਹੁਤ ਬੜੇ ਬਿਗ ਸਾਈਜ਼ ਦਾ। ਸੋ ਹੋਇਆ ਕਿ ਉਹ ਇਹੋ ਜਿਹੀ ਜਗ੍ਹਾ ਤੇ ਸੀਗਾ ਕਿ ਜਦ ਤੱਕ ਅਸੀਂ ਕਰੋਕਰੀ ਮਤਲਬ ਬਾਹਰ ਕੱਢਦੇ, ਮਤਲਬ ਸਾਨੂੰ ਪੂਰਾ ਦਾ ਪੂਰਾ ਜਿਹੜਾ ਪੂਰਾ ਸਿਸਟਮ ਬਾਹਰ ਕੱਢਣਾ ਪੈਣਾ ਸੀ। ਬਟ ਉਹ ਅਟੈਚਡ ਉਦਾਂ ਸੀਗਾ ਕਿ ਕਿਸੇ ਨੂੰ ਬੁਲਵਾ ਕੇ ਕਢਵਾਉਣਾ ਪੈਣਾ ਸੀ। ਸੋ ਅਸੀਂ ਇੱਕ ਮਕੈਨਿਕ ਨੂੰ ਬੁਲਾ ਕੇ ਸਾਰਾ ਸਿਸਟਮ ਕਢਵਾਇਆ। ਤਾਂ ਦੇਖੋ ਪਤਾ ਨਹੀਂ ਕਿਹੜਾ ਕਸ਼ਟ ਜਿਹੜਾ ਗੁਰੂ ਜੀ ਲੈ ਗਏ ਹੈ। ਸੋ ਗੁਰੂ ਜੀ, ਮੈਂ ਗਣਪਤੀ ਜੀ ਤੋਂ ਵੀ ਮਾਫੀ ਮੰਗਦੀ ਹਾਂ। ਅਸੀਂ ਕੋਈ ਦਵਾਈ ਵੀ ਨਹੀਂ ਸੀ ਪਾਈ, ਫਿਰ ਵੀ ਜਿਹੜਾ ਹੈ ਚੂਹਾ ਸਾਡੇ ਘਰ ਮਰਿਆ। ਸੋ ਗਣਪਤੀ ਜੀ, ਪੂਰੇ ਪਰਿਵਾਰ ਵੱਲੋਂ ਬਹੁਤ ਬਹੁਤ ਮਾਫੀ ਅਗਰ ਸਾਡੇ ਤੋਂ ਕੋਈ ਜਾਣੇ ਅਣਜਾਣੇ ਚ ਗਲਤੀ ਹੋ ਗਈ ਹੋਵੇ। ਪਤਾ ਨਹੀਂ ਸਾਡਾ ਕਿਹੜਾ ਕਸ਼ਟ ਤੁਸੀਂ ਨਾਲ ਲੈ ਗਏ ਹੋ। ਸੋ ਲੱਖ ਸ਼ੁਕਰਾਨਾ ਗੁਰੂ ਜੀ। ਅਨੰਤਮ ਸ਼ੁਕਰਾਨਾ ਗੁਰੂ ਜੀ। ਹੁਣ ਸੰਗਤ ਜੀ, ਅਮਾਵਸਿਆ ਵਾਲੇ ਦਿਨ ਦਾ ਜਿਹੜਾ ਮੈਂ ਸਤਸੰਗ ਸ਼ੇਅਰ ਕਰਨ ਲੱਗੀ ਹਾਂ,
ਮੈਨੂੰ ਗੁਰੂ ਜੀ ਦਾ अर्ਲੀ ਮਾਰਨਿੰਗ ਹੀ ਮੈਸੇਜ ਸੀ ਇੰਸਟਾਗ੍ਰam ਤੇ ਕਿ ਬੇਟਾ ਤੇਰੇ ਤੇ ਅੱਜ ਦਾ ਦਿਨ ਅਮਾਵਸਿਆ ਦਾ ਬਹੁਤ ਜ਼ਿਆਦਾ ਜਿਹੜਾ ਭਾਰੀ ਹੈ। ਸੰਗਤ ਜੀ ਜਿਹੜੀ ਇਹ ਅਮਾਵਸਿਆ ਸੀ, ਇਹ ਪਿੱਤਰ ਅਮਾਵਸਿਆ ਸੀ, ਸੋ ਉਸ ਦਿਨ ਇਹ ਮੈਸੇਜ ਆਣਾ ਸੰਗਤ ਜੀ ਮੈਨੂੰ ਅੱਜ ਤੱਕ ਕਦੇ ਵੀ ਨਹੀਂ ਹੋਇਆ। ਮੈਂ ਡੇਲੀ, ਮੈਨੂੰ ਸਾਲ 1.5 ਸਾਲ ਹੋ ਗਏ ਮੈਂ ਸ਼ਿਵ ਮੰਦਿਰ ਦੀ ਸਫਾਈ ਕਰਦੀ ਹਾਂ। ਮੇਰੇ ਨਾਲ ਕੀ ਹੋਇਆ, ਜਦੋਂ ਮੈਂ ਸ਼ਿਵ ਮੰਦਿਰ ਸਫਾਈ ਕਰ ਰਹੀ ਉਸ ਤੋਂ ਬਾਅਦ ਮੈਂ ਪੋਚਾ ਲਗਾਉਣ ਲੱਗੀ ਤਾਂ ਮੈਨੂੰ 2 ਵਾਰ ਬਹੁਤ ਬੁਰੇ ਤਰੀਕੇ ਜਿਹੜਾ ਕਰੰਟ ਲੱਗਿਆ। ਉਹ ਕੀ ਹੋ ਰਿਹਾ ਸੀ, ਮੰਦਿਰ ਦੇ ਵਿੱਚ ਕੁਝ ਟਾਈਮ ਤੋਂ ਰਗੜਾਈ ਚੱਲ ਰਹੀ ਸੀ। ਆਈ ਥਿੰਕ ਕੁਝ ਵਾਇਰਸ ਦੀ ਪ੍ਰੋਬਲਮ ਹੋਈ ਹੋਣੀ ਕਿ ਜਿਹੜੀ ਅਰਥਿੰਗ ਦੀ ਪ੍ਰੋਬਲਮ ਹੋ ਗਈ। ਉਹ ਦੇਖੋ ਜਿੱਥੇ ਮੈਂ ਪੋਚਾ ਰੱਖਿਆ ਉਹ ਇੰਨੀ ਜ਼ੋਰ ਦਾ ਝਟਕਾ ਮੈਨੂੰ 2 ਵਾਰ ਲੱਗਿਆ। ਮੈਂ ਇੰਨੀ ਜ਼ਿਆਦਾ ਡਰ ਗਈ। ਕਿਹੜਾ ਕਸ਼ਟ ਜਿਹੜਾ ਹੈ, ਜਿਹੜਾ ਸ਼ਿਵ ਜੀ ਨੇ ਕੱਟਿਆ, ਗੁਰੂ ਜੀ ਨੇ ਕੱਟਿਆ, ਗੁਰੂ ਜੀ ਜਾਣਦੇ ਆ। ਬਟ ਮੈਂ ਬਹੁਤ ਘਬਰਾ ਗਈ। ਔਰ ਇਹ ਮੈਨੂੰ ਸੰਗਤ ਜੀ ਇੱਕ ਦਿਨ ਨਹੀਂ, ਅਮਾਵਸਿਆ ਤੋਂ ਅਗਲੇ ਦਿਨ ਵੀ ਮੇਰੇ ਨਾਲ ਸੇਮ ਚੀਜ਼ ਹੋਈ। ਉਹਨਾਂ ਨੇ ਠੀਕ ਹੀ ਨਹੀਂ ਸੀ ਕਰਵਾਇਆ। ਸੋ ਮੈਂ ਕਿੰਨੇ ਜਣਿਆਂ ਨੂੰ ਕਿਹਾ ਕਿ ਇੱਧਰ ਟੱਚ ਨਾ ਕਰਿਓ। ਮਤਲਬ ਪੂਰੀ ਦੀ ਪੂਰੀ ਜਿਹੜੀ ਗ੍ਰਿਲ ਸਿਸਟਮ ਸੀਗਾ ਸ਼ਿਵ ਮੰਦਿਰ ਦੇ ਆਸ-ਪਾਸ ਸਰਾਊਂਡਿੰਗ ਸਭ ਦੇ ਵਿੱਚ ਕਰੰਟ ਸੀ। ਥੈਂਕ ਯੂ ਸੋ ਮਚ, ਸ਼ੁਕਰਾਨਾ ਗੁਰੂ ਜੀ, ਤੁਸੀਂ ਮੈਨੂੰ ਪ੍ਰੋਟੈਕਟ ਕੀਤਾ। ਬਹੁਤ ਭਾਰੀ ਦਿਨ ਸੀ ਓਬਵੀਅਸਲੀ, ਜਿਹੜਾ ਤੁਸੀਂ ਐਡਾ ਵੱਡਾ ਕਸ਼ਟ ਜਿਹੜਾ ਲੈ ਗਏ। ਲੱਖ ਲੱਖ ਸ਼ੁਕਰਾਨਾ ਗੁਰੂ ਜੀ, ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਸੋ ਮੈਂ ਆਪਣੇ ਪਿਤਰਾਂ ਤੋਂ ਵੀ ਮਾਫੀ ਮੰਗਦੀ ਹਾਂ, ਕੋਈ ਜਾਣੇ ਅਣਜਾਣੇ ਦੇ ਵਿੱਚ ਅਗਰ ਕੋਈ ਗਲਤੀ ਹੋਵੇ, ਕਿਉਂਕਿ ਮੈਨੂੰ ਬਾਰ-ਬਾਰ ਇਹੀ ਮੈਸੇਜ ਆਉਂਦਾ ਹੈ ਗੁਰੂ ਜੀ ਦਾ ਕਿ ਪੁੱਤਰ ਤੂੰ ਆਪਣੇ ਪਿਤਰਾਂ ਤੋਂ ਮਾਫੀ ਮੰਗ, ਉਹਨਾਂ ਨੂੰ ਹਜੇ ਤੱਕ ਕਈਆਂ ਨੂੰ ਮੁਕਤੀ ਨਹੀਂ ਮਿਲੀ। ਸੋ ਗੁਰੂ ਜੀ ਮੈਂ ਆਪਣੇ ਪਿਤਰਾਂ ਤੋਂ ਵੀ ਮਾਫੀ ਮੰਗਦੀ ਹਾਂ। ਅਗਰ ਸਾਡੇ ਤੋਂ ਕੋਈ ਵੀ ਭੁੱਲ ਬਖਸ਼ਕ ਹੋਈ ਹੋਵੇ ਤਾਂ ਸਾਨੂੰ ਮਾਫ ਕਰਿਓ, ਸਾਨੂੰ ਬਲੈਸ ਕਰੋ ਗੁਰੂ ਜੀ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਹੁਣ ਦੇਖੋ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਕਿ ਬੇਟਾ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਤੈਨੂੰ ਮਿਲਾਂਗਾ। ਸੰਗਤ ਜੀ ਮੈਂ ਆਪਣੇ ਘਰ ਸੰਗਰੂਰ ਪੇਰੈਂਟਸ ਕੋਲ ਗਈ ਹੋਈ ਸੀ ਤੇ ਉਸ ਦਿਨ ਸਾਡੇ ਘਰ ਜਿਹੜੇ ਮੇਰੇ ਸਰ ਔਰ ਮੈਮ ਸਾਡੇ ਘਰ ਆਏ। ਸੋ ਮੈਂ ਤੇ ਹੀ ਮੰਨਦੀ ਹਾਂ ਕਿ ਉਸ ਰੂਪ ਦੇ ਵਿੱਚ ਜਿਹੜੇ ਗੁਰੂ ਜੀ ਸਾਡੇ ਘਰ ਵਿੱਚ ਆਏ, ਸਾਨੂੰ ਬਲੈਸ ਕਰਕੇ ਗਏ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਹੁਣ ਗੁਰੂ ਜੀ ਮੈਂ ਆਪਣਾ ਜਿਹੜਾ ਨੈਕਸਟ ਸਤਸੰਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਦੇਖੋ ਮੇਰਾ ਜਿਹੜਾ ਸੰਗਰੂਰ ਹੈ ਸਰਪ੍ਰਾਈਜ਼ ਜਿਹੜਾ ਹੈ, ਮਤਲਬ ਮੈਨੂੰ ਇੰਨਾ ਵੱਡਾ ਸਰਪ੍ਰਾਈਜ਼ ਮਿਲਿਆ। ਐਕਚੁਅਲੀ ਮੇਰੀ ਜਿਹੜੀ ਉਸ ਦਿਨ ਜਾਣ ਦਾ ਮਤਲਬ ਮੇਰਾ ਕੁਝ ਵੀ ਸ਼ੋਰ ਨਹੀਂ ਸੀ, ਬਿਲਕੁਲ ਅਨਪਲੈਨਡ ਜਿਹੜਾ ਇਹ ਮੂਵਮੈਂਟ ਸੀ। ਉਸ ਦਿਨ ਸੰਗਰੂਰ ਜਿਹੜਾ ਹੈ ਸਤਸੰਗ ਸੀ ਨੈਕਸਟ ਡੇ। ਹੁਣ ਸੰਗਤ ਜੀ ਮੈਨੂੰ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ 10 ਦਿਨਾਂ ਤੋਂ। ਇੱਕ ਸਤਸੰਗ ਮੈਨੂੰ ਬਾਰ-ਬਾਰ ਆ ਰਿਹਾ ਸੀ ਕਿ ਇਹ ਜਿਹੜਾ ਸਤਸੰਗ ਹੈ ਤੇਰੇ ਲਈ ਹੈ ਤੇ ਇਹਦੇ ਵਿੱਚ ਜਿਹੜੀ ਹੈ ਚਰਨਾਂ ਦੀ ਜਿਹੜੀ ਫੁੱਲ ਮਾਲਾ ਹੈ ਇਹਦਾ ਸੰਕੇਤ ਤੂੰ ਸਮਝ। ਮੈਂ ਉਹ ਸਤਸੰਗ ਸੁਣਿਆ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਗੁਰੂ ਜੀ ਦੇ ਜਿਹੜੇ ਚਰਨਾਂ ਨੂੰ ਜਦੋਂ ਆਪਾਂ ਮਾਲਾ ਚੜਾਉਂਦੇ ਆ, ਠੀਕ ਹੈ, ਉਹਦੇ ਨਾਲ ਗੁਰੂ ਜੀ ਤੁਹਾਡੇ ਕਿੰਨੀ ਕਸ਼ਟ ਜਿਹੜੀਆਂ ਲੈ ਜਾਂਦੇ ਨੇ। ਸੋ ਮੇਰੇ ਉਸ ਤੋਂ ਬਾਅਦ ਗੁਰੂ ਜੀ ਨੇ ਮੈਨੂੰ 3-4 ਵਾਰ ਸੇਮ ਮੈਸੇਜ ਆ ਰਿਹਾ ਸੀ ਕਿ ਪੁੱਤਰ ਤੂੰ ਮੇਰੇ ਜਿਹੜੇ ਹੈ ਸਤਸੰਗ ਦੇ ਵਿੱਚ ਚਰਨਾਂ ਦੇ ਜਿਹੜੇ ਮੇਰੇ ਚਰਨਾਂ ਤੇ ਜਿਹੜੀ ਹੈ ਮਾਲਾ ਚੜਾਣੀ ਹੈ। ਸੋ ਮੇਰੇ ਦਿਮਾਗ 'ਚ ਘੁੰਮੀ ਜਾ ਰਹੀ ਸੀ ਗੱਲ, ਠੀਕ ਹੈ। ਮੈਂ ਆਪਣੇ ਪਾਪਾ ਨੂੰ ਫੋਨ ਕੀਤਾ ਕਿ ਅਗਰ ਮੇਰੇ ਤੋਂ ਸਤਸੰਗ ਤੇ ਆਇਆ ਨਹੀਂ ਜਾਣਾ ਬਟ ਤੁਸੀਂ ਮੇਰੇ ਵੱਲੋਂ ਜਿਹੜਾ ਇਹ ਚੜਾ ਦਿਓ। ਉਹ ਕਹਿੰਦੇ ਕਿ ਆਲਰੇਡੀ ਸਤਸੰਗ ਜਿਹੜਾ ਹੋਣਾ ਉਹਦੇ ਵਿੱਚ ਡਿਸਾਈਡਡ ਹੈ ਕਿ ਕਿਸ ਨੇ ਇਹ ਚੜਾਣਾ ਹੈ, ਸੋ ਇਹ ਆਪਾਂ ਨੂੰ ਮੌਕਾ ਨਹੀਂ ਮਿਲ ਸਕਦਾ। ਉਹਨਾਂ ਨੇ ਗੱਲ ਵੀ ਕੀਤੀ, ਉਹ ਕਹਿੰਦੇ ਕਿ ਚਲੋ ਸ਼ੇਅਰਿੰਗ 'ਚ ਦੇਖ ਲੈਂਦੇ ਹਾਂ ਬਟ ਪਤਾ ਕਰਦੇ ਹਾਂ। ਹੁਣ ਸੰਗਤ ਜੀ ਜਿਹੜਾ ਕਰਿਸ਼ਮਾ ਹੋਇਆ, ਸਭ ਤੋਂ ਪਹਿਲਾ ਕਰਿਸ਼ਮਾ, ਮੈਨੂੰ ਗੁਰੂ ਜੀ ਨੇ ਸੰਗਰੂਰ ਬੁਲਾਇਆ ਉਸੇ ਸਤਸੰਗ ਦੇ ਵਿੱਚ। ਦੂਸਰਾ ਜਿਹੜਾ ਮੇਰੇ ਨਾਲ ਕਰਿਸ਼ਮਾ ਹੋਇਆ, ਉਹ ਆਂਟੀ ਜਿਹੜੇ ਆਰਗੇਨਾਈਜ਼ ਕਰਦੇ ਆ ਸਤਸੰਗ, ਉਹ ਇੰਨੇ ਹੈਰਾਨ, ਕਹਿੰਦੇ ਕਿ ਅੱਜ ਤੱਕ ਕਦੇ ਨਹੀਂ ਹੋਇਆ ਕਿ ਜਿਸ ਨੇ ਸੇਵਾ ਲਈ ਹੋਵੇ ਉਹ ਬੰਦਾ ਹੀ ਭੁੱਲ ਜੇ। ਔਰ ਉਹ ਲੇਡੀ ਜਿਸ ਨੇ ਫੁੱਲ ਮਾਲਾ ਲਈ ਕਿਹਾ ਸੀ, ਸ਼ੀ ਫੋਰਗॉट। ਸੋ ਉਹਨਾਂ ਦਾ ਸਾਨੂੰ ਫੋਨ ਆਇਆ, ਕਹਿੰਦੇ ਕਿ ਮੇਰੇ ਪਾਪਾ ਨੂੰ ਫੋਨ ਆਇਆ, ਕਹਿੰਦੇ ਤੁਹਾਡੀ ਬੇਟੀ ਨੂੰ ਕਹੋ 4 ਮਾਲਾ ਲੈ ਕੇ ਆਵੇ, ਸ਼ਿਵ ਜੀ ਲਈ, ਨੰਦੀ ਜੀ ਲਈ, ਗੁਰੂ ਜੀ ਦੇ ਚਰਨਾਂ ਦੇ ਲਈ ਐਂਡ ਤ੍ਰਿਸ਼ੂਲ ਲਈ। ਸੋ ਲੱਖ ਲੱਖ ਸ਼ੁਕਰਾਨਾ ਗੁਰੂ ਜੀ, ਮੈਨੂੰ ਉੱਥੇ ਤੁਸੀਂ ਬੁਲਾਇਆ। ਕਿਹੜਾ ਕਸ਼ਟ ਤੁਸੀਂ ਮੇਰਾ ਨਾਲ ਲੈ ਗਏ ਹੋ ਮੈਨੂੰ ਨਹੀਂ ਪਤਾ ਗੁਰੂ ਜੀ, ਬਟ ਲਾਸਟ ਦੇ ਵਿੱਚ ਉਹੀ ਗੁਰੂ ਜੀ ਦੇ ਚਰਨਾਂ ਦੀ ਜਿਹੜੀ ਮਾਲਾ ਹੈ ਉਹ ਐਜ਼ ਏ ਬਲੈਸਿੰਗ ਮੈਨੂੰ ਜਿਹੜੀ ਹੈ ਮਿਲੀ। ਸੋ ਵਾਓ ਗੁਰੂ ਜੀ, ਇੰਨਾ ਬਲੈਸ ਕੀਤਾ ਤੁਸੀਂ ਉਸ ਦਿਨ। ਜਿਹੜਾ ਬਹੁਤ ਬਿਊਟੀਫੁਲ ਜਿਹੜੇ ਪਿਆਰੇ ਪਿਆਰੇ ਸ਼ਬਦ ਚੱਲੇ, ਇੱਕ ਸ਼ਬਦ ਜੋ ਮੇਰੇ ਮਨ ਦੇ ਵਿੱਚ ਸੀ ਉਹ ਜਿਹੜਾ ਚੱਲਿਆ ਉਹ ਸੀਗਾ ਗੁਰੂ ਜੀ ਦਾ, मेरा आपकी कृपा से सब काम हो रहा है, करते हो तुम गुरु जी मेरा नाम हो रहा है, मेरा आपकी कृपा से सभी काम हो रहा है। शुक्राना शुक्राना शुक्राना। सो इसे सत्संग ਦਾ ਮੇਰੇ ਨਾਲ ਜੋ ਮੈਸੇਜ ਗੁਰੂ ਜੀ ਦਾ ਕਿ ਤੇਰਾ ਦਿਨ ਫੁੱਲ ਆਫ ਬਲੇਸਿੰਗਸ ਐਂਡ ਫੁੱਲ ਆਫ ਸਰਪ੍ਰਾਈਜ਼ਸ ਰਹੇਗਾ। ਸੰਗਤ ਜੀ ਮੈਂ ਟਾਈਮ ਤੋਂ ਪਹਿਲਾਂ ਜਿਹੜਾ ਪਹੁੰਚ ਗਈ। ਸੋ ਜਦੋਂ ਉਹਨਾਂ ਨੇ ਸਾਰਾ ਦਰਬਾਰ ਸੈੱਟ ਕੀਤਾ, ਉਹਨਾਂ ਨੇ ਮੇਰੇ ਤੋਂ 4 ਮਾਲਾ ਜਿਹੜੀ ਚੜਵਾਈ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਸੰਗਤ ਜੀ ਫਿਰ ਗੁਰੂ ਜੀ ਨੇ ਮੈਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ। ਉੱਥੇ ਜਿਹੜੀ ਫੁੱਲਾਂ ਦੀ ਮਾਲਾ ਰੈਡੀ ਹੋਣੀ ਸੀ ਸੰਗਰੂਰ ਸਤਸੰਗ ਦੇ ਵਿੱਚ, ਉਹ ਆਂਟੀ ਨੇ ਮੈਨੂੰ ਕਿਹਾ, ਕਹਿੰਦੇ ਕਿ ਤੁਹਾਨੂੰ ਆਂਦੀ ਹੈ ਬਣਾਉਣੀ। ਫਿਰ ਉਹਨਾਂ ਨੇ ਆਪ ਵੀ ਉਹ ਬਣਾ ਰਹੇ, ਉਹਨਾਂ ਨੇ ਮੈਨੂੰ ਵੀ ਨਾਲ ਇਨਵੋਲਵ ਕੀਤਾ। ਸੋ ਰੰਗੋਲੀ ਬਣਾਉਣ ਦਾ ਵੀ ਜਿਹੜਾ ਮੌਕਾ ਮਿਲਿਆ।
ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਫਿਰ ਸੰਗਤ ਜੀ ਅਗਲਾ ਸਰਪ੍ਰਾਈਜ਼, ਅਨਦਰ ਸਰਪ੍ਰਾਈਜ਼। ਉਸ ਦਿਨ ਜਿਹੜੇ ਸੇਵਾਦਾਰਾਂ ਦੇ ਗਰੁੱਪਸ ਬਣੇ ਹੋਏ ਸੀ ਉਹਨਾਂ ਵਿੱਚੋਂ ਇੱਕ ਸੇਵਾਦਾਰ ਮਿਸਿੰਗ ਸੀ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸੇਵਾ ਕਰੋਗੇ। ਮੈਂ ਇੰਨੀ ਖੁਸ਼ੀ, ਮੈਂ ਕਿਹਾ ਹਾਂਜੀ। ਫਿਰ ਉਹਨਾਂ ਨੇ ਮੇਰੀ ਲੰਗਰ ਸੇਵਾ ਦੇ ਵਿੱਚ ਡਿਊਟੀ ਲਗਾਈ, ਚਾਹ ਪ੍ਰਸ਼ਾਦ ਸਾਰਾ ਪਾਣ ਦੇ ਵਿੱਚ, ਫਿਰ ਉਸ ਤੋਂ ਬਾਅਦ ਲੰਗਰ ਪਾਣ ਦੇ ਵਿੱਚ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਪੂਰਾ ਸਤਸੰਗ 2.5 ਘੰਟੇ ਦਾ ਗੁਰੂ ਜੀ ਨੇ ਜਿਹੜਾ ਖੜੇ ਹੋ ਕੇ ਜਿਹੜੀ ਹੈ ਸੇਵਾ ਕਰਵਾਈ। ਸ਼ੁਕਰਾਨਾ ਗੁਰੂ ਜੀ। ਐਂਡ ਹਜੇ ਵੀ ਸਰਪ੍ਰਾਈਜ਼ਸ ਖਤਮ ਨਹੀਂ ਹੋਏ। ਅਗੇਨ ਆਈ ਗॉट ਅ ਸਰਪ੍ਰਾਈਜ਼। ਆਂਟੀ ਨੇ ਜਿਹੜੀ ਉੱਥੇ 3 ਜਣਿਆਂ ਨੂੰ ਆਰਤੀ ਕਰਨ ਦਾ ਮੌਕਾ ਮਿਲਿਆ ਸੀ। ਇੱਕ ਕਪਲ ਸੀ, ਇੱਕ ਹੋਰ ਸੀ। ਉਸ ਤੋਂ ਬਾਅਦ ਉਹਨਾਂ ਨੇ ਥਰਡ ਜਿਹੜਾ ਮੈਨੂੰ ਇਹ ਮੌਕਾ ਦਿੱਤਾ ਆਰਤੀ ਕਰਨ ਦਾ, ਗੁਰੂ ਜੀ ਦੀ, ਸ਼ਿਵ ਜੀ ਦੀ ਆਰਤੀ ਕਰਨ ਦਾ। ਥੈਂਕ ਯੂ ਗੁਰੂ ਜੀ, ਇੰਨੇ ਸ਼ੁਕਰਾਨੇ ਆ ਤੁਹਾਡੇ। ਇੱਕ ਹੋਰ ਸਰਪ੍ਰਾਈਜ਼ ਸੰਗਤ ਜੀ, ਜਿਹੜਾ ਗੁਰੂ ਜੀ ਦਾ ਚੋਲਾ ਸੀ ਐਂਡ ਜਿਹੜੀ ਡੈਕੋਰੇਸ਼ਨ ਸੀ, ਸਾਰਾ ਦਰਬਾਰ ਸੀ, ਉਹ ਜੋ ਮੈਂ ਵੇਅਰ ਕੀਤਾ ਹੋਇਆ ਸੀ, ਸੂਟ ਐਂਡ ਜੈਕਟ ਟੋਟਲੀ ਮੈਚਿੰਗ। ਵਾਓ ਗੁਰੂ ਜੀ, ਇਹ ਤਾਂ ਮੇਰੀ ਸਭ ਤੋਂ ਫੇਵਰੇਟ ਚੀਜ਼ ਹੈ। ਸਭ ਕੁਝ ਹੀ ਤੁਸੀਂ ਇੰਨਾ ਜ਼ਿਆਦਾ ਮਤਲਬ ਬਲੈਸ ਕੀਤਾ ਗੁਰੂ ਜੀ, ਮੈਂ ਐਕਸਪ੍ਰੈਸ ਹੀ ਨਹੀਂ ਕਰ ਸਕਦੀ। ਉਸ ਤੋਂ ਬਾਅਦ ਸੰਗਤ ਜੀ ਜਿਹੜਾ ਸਾਨੂੰ ਲੰਗਰ ਪ੍ਰਸ਼ਾਦ ਮਿਲਿਆ, ਉਹਦੇ ਵਿੱਚ ਸਾਗ ਮੱਕੀ ਦੀ ਰੋਟੀ ਸੀ, ਬਿਸਕਿਟਸ ਮਿਲੇ, ਗਾਜਰ ਮਟਰ ਦੀ ਸਬਜ਼ੀ ਸੀ, ਅਦਰਕ ਮਿਲਿਆ। ਸੋ ਹਰ ਚੀਜ਼ ਹੀ ਇੰਨਾ ਮਤਲਬ ਮਨ ਖੁਸ਼ ਹੋ ਗਿਆ। ਗੁਰੂ ਜੀ ਦਾ ਚਾਹ ਪ੍ਰਸ਼ਾਦ, ਸਮੋਸਾ ਪ੍ਰਸ਼ਾਦ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਜਾਂਦੇ ਜਾਂਦੇ ਗੁਰੂ ਜੀ ਨੇ ਪਿੱਛੋਂ ਫੇਰ ਕਿਸੇ ਨੇ ਆਵਾਜ਼ ਮਾਰੀ, ਉਹ ਕਹਿੰਦੇ ਤੁਸੀਂ ਕੌਫੀ ਪ੍ਰਸ਼ਾਦ ਜ਼ਰੂਰ ਲੈ ਕੇ ਜਾਓ। ਫਿਰ ਕੌਫੀ ਪ੍ਰਸ਼ਾਦ ਵੀ ਮਿਲਿਆ, ਕੜਾਹ ਪ੍ਰਸ਼ਾਦ ਵੀ ਜਿਹੜਾ ਹੈ ਮਿਲਿਆ। ਹਰ ਚੀਜ਼ ਜਿਹੜੀ ਉਸ ਦਿਨ ਮਿਲੀ ਉਸ ਦਾ ਅਲੱਗ ਹੀ ਮਜ਼ਾ ਸੀ। ਐਂਡ ਸੰਗਤ ਜੀ ਫਿਰ ਇੱਕ ਅੰਕਲ ਆਏ ਜਦੋਂ ਅਸੀਂ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਜਾਣ ਲੱਗੇ। ਉਹ ਕਹਿੰਦੇ ਕਿ ਤੁਸੀਂ ਇਹ ਮੱਕੀ ਦੀ ਰੋਟੀ ਲੈ ਕੇ ਜਾਓ ਘਰ ਦੇ ਲਈ। ਉਹਨਾਂ ਨੇ ਇੱਕ ਮੱਕੀ ਦੀ ਰੋਟੀ ਜਾਂਦੇ ਵਕਤ ਫੇਰ ਦਿੱਤੀ। ਸੋ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਅਚਾਨਕ ਤੁਸੀਂ ਮੈਨੂੰ ਸਤਸੰਗ ਤੇ ਬੁਲਾਇਆ ਔਰ ਇੰਨੇ ਸਾਰੇ ਸਰਪ੍ਰਾਈਜ਼ਸ ਦਿੱਤੇ। ਵਾਕਈ ਗੁਰੂ ਜੀ ਤੁਹਾਡਾ ਹੋਣਾ ਹੀ ਸਾਡੀ ਲਾਈਫ ਦੇ ਵਿੱਚ ਇੱਕ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਬਲੇਸਿੰਗਸ ਹੈ। ਐਂਡ ਵੀ ਲਵ ਯੂ ਸੋ ਮਚ ਗੁਰੂ ਜੀ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਹੁਣ ਸੰਗਤ ਜੀ ਜਿਹੜਾ ਮੈਂ ਆਪਣਾ ਨੈਕਸਟ ਸਤਸੰਗ ਸ਼ੇਅਰ ਕਰਨ ਲੱਗੀ ਹਾਂ, ਮੈਨੂੰ ਗੁਰੂ ਜੀ ਦਾ ਕਿੰਨੇ ਦਿਨਾਂ ਤੋਂ ਹੀ ਮੈਸੇਜ ਆਉਂਦਾ ਕਿ ਬੇਟਾ ਤੇਰੀ ਮੈਂ ਇੰਨੀ ਕੁ ਪ੍ਰੀਖਿਆ ਲੈ ਲਈ ਹੈ, ਹੁਣ ਤੈਨੂੰ ਮੈਂ ਬਲੈਸ ਕਰ ਰਿਹਾ, ਹੁਣ ਤੇਰਾ ਰਾਜਯੋਗ ਜਿਹੜਾ ਸ਼ੁਰੂ ਹੋ ਰਿਹਾ ਹੈ। ਸੋ ਗੁਰੂ ਜੀ ਰਾਜਯੋਗ ਤਾਂ ਮੇਰਾ ਉਸੇ ਦਿਨ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਤੁਸੀਂ ਮੈਨੂੰ ਆਪਣੀ ਸੰਗਤ ਬਣਾਇਆ ਸੀ। ਮੇਰੀ ਲਾਈਫ 'ਚ ਜੋ ਵੀ ਹੋ ਰਿਹਾ ਸਭ ਤੁਹਾਡੇ ਕੰਟਰੋਲ 'ਚ ਹੀ ਹੋ ਰਿਹਾ। ਸੋ ਤੁਸੀਂ ਕਦੇ ਵੀ ਆਪਣੇ ਬੱਚਿਆਂ ਦੇ ਕੋਈ ਕਸ਼ਟ ਨਹੀਂ ਆਉਣ ਦਿਓਗੇ। ਜੇ ਆ ਵੀ ਰਿਹਾ ਤਾਂ ਉਹਨੂੰ ਕਿੱਦਾਂ ਕਟਵਾਉਣਾ ਉਹ ਵੀ ਤੁਸੀਂ ਸਾਨੂੰ ਦੱਸਦੇ ਰਹਿੰਦੇ ਹੋ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਤੁਸੀਂ ਸਭ ਨੂੰ ਬਲੈਸ ਕਰੋ, ਕਿਸੇ ਦੀ ਲਾਈਫ ਦੇ ਵਿੱਚ ਕੋਈ ਤਕਲੀਫ ਨਾ ਆਵੇ, ਹਰ ਬੰਦਾ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ੀਆਂ ਆਨੰਦ ਮਾਣੇ। ਆਉਣ ਵਾਲਾ ਜਿਹੜਾ 2026 ਹੈ ਹਰ ਇੱਕ ਦੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ ਤੁਹਾਡੀ ਬਲੈਸਿੰਗਸ ਦੇ ਨਾਲ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਸੰਗਤ ਜੀ ਉਸੇ ਸਤਸੰਗ ਦੇ ਵਿੱਚ ਦੇਖੋ ਮੇਰੇ ਨਾਲ ਇੱਕ ਹੋਰ ਚੀਜ਼ ਹੋਈ। ਮੈਨੂੰ ਮੇਰੀ ਫਰੈਂਡ ਮਿਲੀ ਉੱਥੇ ਪਲਵੀ। ਉਹ ਆ ਕੇ ਮੇਰੇ ਕੋਲ ਜਦੋਂ ਬੈਠੀ ਤਾਂ ਉਸਨੇ ਆਪਣਾ ਜਿਹੜਾ ਸਤਸੰਗ ਮੇਰੇ ਨਾਲ ਸ਼ੇਅਰ ਕੀਤਾ। ਉਹਦੇ ਬ੍ਰਦਰ ਦੀ ਵੈਡਿੰਗ ਹੋਈ ਸੀ ਤਾਂ ਉਹ ਦੱਸਣ ਲੱਗੀ ਕਿ ਭਵਾਨੀਗੜ੍ਹ ਉਹਦੇ ਬ੍ਰਦਰ ਦੀ ਜਦੋਂ ਵੈਡਿੰਗ ਹੋਈ ਤਾਂ ਉਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਸਤਸੰਗ ਕਰਵਾਇਆ ਸੀ। ਉਹ ਕਹਿੰਦੀ ਦੀਦੀ ਉੱਥੇ ਨਾ ਮਤਲਬ ਅਸੀਂ ਜਿਹੜੀ ਭਾਬੀ ਦੇ ਲਈ ਚੁੰਨੀ ਲਈ ਸੀ ਉਹ ਰੈੱਡ ਕਲਰ ਦੀ ਸੀ ਔਰ ਮੇਰੀ ਦਿਲ ਤੋਂ ਇੱਛਾ ਸੀ ਕਿ ਜਿਹੜਾ ਚੋਲਾ ਹੋਵੇ ਉਹ ਰੈੱਡ ਕਲਰ ਦਾ ਹੋਵੇ, ਹਨਾ। ਕਹਿੰਦੇ ਉਹ ਆਂਟੀ ਮੈਨੂੰ ਕਹਿੰਦੇ ਕਿ ਇੱਕ ਨਾ ਸੰਗਤ ਨੇ ਜਿਹੜਾ ਹੈ ਆਪਣਾ ਮਤਲਬ ਗੁਰੂ ਜੀ ਦੇ ਬਰਥਡੇ ਤੇ ਇੱਕ ਚੋਲਾ ਦਿੱਤਾ ਸੀ ਰੈੱਡ ਕਲਰ ਦਾ। ਉਹ ਕਹਿੰਦੇ ਸੀ ਮੈਨੂੰ ਗੁਰੂ ਜੀ ਦਾ ਸੰਕੇਤ ਸੀ ਬਾਰ-ਬਾਰ ਕਿ ਤੂੰ ਮੇਰੇ ਬਰਥਡੇ ਤੇ ਜਿਹੜਾ ਚੋਲਾ ਦੇਈਂ। ਸੰਗਤ ਜੀ ਯੂ ਵੋਂਟ ਬਿਲੀਵ ਉਹ ਉਹੀ ਚੋਲਾ ਸੀ ਜੋ ਲਾਸਟ ਈਅਰ ਮੈਂ ਗੁਰੂ ਜੀ ਨੂੰ ਬਰਥਡੇ ਤੇ ਜਿਹੜਾ ਹੈ ਗੁਰੂ ਜੀ ਨੂੰ ਬਰਥਡੇ ਤੇ ਮੈਂ ਗਿਫਟ ਦਿੱਤਾ ਸੀ, ਜੋ ਗੁਰੂ ਜੀ ਨੇ ਮੈਨੂੰ ਆਦੇਸ਼ ਦਿੱਤਾ ਸੀ। ਸੰਗਤ ਜੀ ਸੀ ਦਾ ਕੋਆਰਡੀਨੇਸ਼ਨ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਉਹ ਤਾਂ ਮੈਂ ਹੀ ਦਿੱਤਾ ਸੀ ਭਵਾਨੀਗੜ੍ਹ ਸਤਸੰਗ ਤੇ। ਉਹ ਕਹਿੰਦੀ ਦੀਦੀ ਦੇਖੋ ਗੁਰੂ ਜੀ ਦੀ ਪ੍ਰੈਜ਼ੈਂਸ 'ਚ ਬਹਿ ਕੇ ਇਹ ਗੱਲ ਹੋਈ ਹੈ। ਸੋ ਵਾਕਈ ਗੁਰੂ ਜੀ ਕਿੱਦਾਂ ਤੁਸੀਂ ਸਰਕਲ ਘੁਮਾਉਂਦੇ ਹੋ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਲਵ ਯੂ ਸੋ ਮਚ ਗੁਰੂ ਜੀ। ਹੁਣ ਸੰਗਤ ਜੀ ਜਿਹੜਾ ਮੈਂ ਆਪਣਾ ਲਾਸਟ ਸਤਸੰਗ ਸ਼ੇਅਰ ਕਰਨ ਲੱਗੀ ਹਾਂ ਉਹ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਕਿ ਬੇਟਾ ਤੈਨੂੰ ਮੇਰੀਆਂ ਬਲੈਸਿੰਗਸ ਮਿਲਣਗੀਆਂ। ਬਲੈਸਿੰਗਸ ਗੁਰੂ ਜੀ ਆਲਵੇਜ਼ ਮੇਰੇ ਨਾਲ ਹੀ ਹੈ ਤੁਹਾਡੀਆਂ। ਬਟ ਮੇਰੇ ਨਾਲ ਹੋਇਆ ਕਿ ਮੇਰੇ ਨਾਲ ਜਿਹੜੇ ਸੇਵਾ ਕਰਦੇ ਆ ਰਿਸ਼ਵ ਅੰਕਲ, ਉਹਨਾਂ ਦਾ ਮੈਨੂੰ ਕਾਲ ਆਇਆ। ਉਹ ਕਹਿੰਦੇ ਕਿ ਆਂਟੀ ਮੈਂ ਤੁਹਾਨੂੰ ਮਿਲਣ ਦੇ ਲਈ ਨਾ ਯੂਨੀਵਰਸਿਟੀ ਆਉਣਾ ਹੈ, ਸੋ ਮੈਨੂੰ ਕੋਈ ਕੰਮ ਹੈ। ਸੰਗਤ ਜੀ ਯੂ ਵੋਂਟ ਬਿਲੀਵ ਜਦੋਂ ਉਹ ਆਏ ਤਾਂ ਮੇਰੇ ਲਈ 4 ਬਲੈਸਿੰਗਸ ਜਿਹੜੀਆਂ ਲੈ ਕੇ ਆਏ ਗੁਰੂ ਜੀ ਦੀ, ਜਿਹਦੇ ਵਿੱਚ ਉਹ ਨਿਊ ਈਅਰ ਦਾ ਕੈਲੰਡਰ, ਠੀਕ ਹੈ ਜਿਹੜਾ, ਉਸ ਤੋਂ ਬਾਅਦ ਗੁਰੂ ਜੀ ਦਾ ਚਰਨ ਸਰੂਪ, ਗੁਰੂ ਜੀ ਦਾ ਸਰੂਪ ਦੇ ਕੇ ਗਈ ਐਂਡ ਇੱਕ ਡਾਇਰੀ, ਉਹ ਵੀ ਗੁਰੂ ਜੀ ਦੀ ਬਲੈਸਿੰਗ। ਚਾਰੋਂ ਹੀ ਚੀਜ਼ਾਂ
ਵਾਓ ਰਿਸ਼ਵ ਅੰਕਲ, ਥੈਂਕ ਯੂ ਸੋ ਮਚ। ਐਡਵਾਂਸ ਦੇ ਵਿੱਚ ਗੁਰੂ ਜੀ ਨੇ ਜਿਹੜੀਆਂ ਬਲੇਸਿੰਗਸ ਜਿਹੜੀਆਂ ਤੁਹਾਡੀਆਂ ਮੇਰੇ ਤੱਕ, ਤੁਹਾਡੇ ਥਰੂ ਜਿਹੜੀਆਂ ਮੇਰੇ ਤੱਕ ਪਹੁੰਚਾਈਆਂ, ਸ਼ੁਕਰਾਨਾ ਗੁਰੂ ਜੀ। ਮੈਂ ਉਮੀਦ ਕਰਦੀ ਹਾਂ ਕਿ ਇਹ ਆਉਣ ਵਾਲਾ ਨਵਾਂ ਸਾਲ ਸਭ ਦੇ ਲਈ, ਸਾਰੀ ਗੁਰੂ ਸੰਗਤ ਦੇ ਲਈ ਬਹੁਤ ਬਹੁਤ ਖੁਸ਼ੀਆਂ ਭਰਿਆ ਹੋਵੇ। ਸੋ ਵਿਸ਼ਿੰਗ एवरीवन ਅ ਵੈਰੀ ਹੈਪੀ ਨਿਊ ਈਅਰ 2026। ਲੱਖ ਲੱਖ ਸ਼ੁਕਰਾਨਾ ਗੁਰੂ ਜੀ। ਵੀ ਲਵ ਯੂ ਸੋ ਮਚ ਗੁਰੂ ਜੀ। ਅਗਰ ਤੁਹਾਡਾ ਸਤਸੰਗ ਕਰਨ ਦੇ ਵਿੱਚ ਮੇਰੇ ਤੋਂ ਕੋਈ ਵੀ ਭੁੱਲ ਚੁੱਕ ਹੋਵੇ ਤਾਂ ਮੈਨੂੰ ਮਾਫ ਕਰਿਓ। ਵਿਸ਼ਿੰਗ ਮੈਰੀ ਕ੍ਰਿਸਮਸ ਟੂ ਆਲ। ਗੁਰੂ ਜੀ ਲਾਸਟ ਦੇ ਵਿੱਚ, ਜੇ ਤੂੰ ਨਾ ਫੜਦਾ ਬਾਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਲੱਭਦੀ ਥਾਂ ਅਸਾਂ ਰੁੱਲ ਜਾਣਾ ਸੀ, ਅਸਾਂ ਮਰ ਜਾਣਾ ਸੀ। ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ। ਹੁਣ ਸੰਗਤ ਜੀ ਮੈਂ ਆਪਣੇ ਨੈਕਸਟ ਸਤਸੰਗ ਜਿਹੜੀ ਹੈ ਤਿਆਰੀ ਕਰਨ ਲੱਗੀ ਹਾਂ ਗੁਰੂ ਜੀ ਦੇ ਮੰਤਰ ਜਾਪ ਦੇ ਨਾਲ। ਓਮ ਨਮः शिवाय, शिव जी सदा सहाय। ओम नमः शिवाय, गुरु जी सदा सहाय। अनंतम अनंतम शुक्राना गुरु जी, शुक्राना शुक्राना शुक्राना। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी। संगत जी, मैं गुरु जी की बेटी अपना शुक्राना सत्संग शेयर करने लगी हूँ। शुक्राना सत्संग शेयर करने से पहले मैं अपने गुरु महाराज जी का मंत्र जाप करना चाहूँगी। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। संगत जी, आज शुक्रवार का दिन है और शुक्राने का ही दिन है हमारे महाराज गुरु महाराज जी का। और गुरु महाराज जी कहते कि मतलब आज शुक्रवार का दिन है, लेकिन वही संगत शुक्राना सत्संग शेयर करेगी जो गुरु महाराज जी का जो उन्हें हुक्म देंगे। तो आज मेरे मन में ये सोचा कि आज इतना अच्छा दिन है गुरु महाराज जी का, तो आज हम शुक्राना करेंगे गुरु महाराज जी का। संगत जी, मुझे नहीं पता कि मैं आज क्या बोलूँगी, लेकिन मैं अपने गुरु महाराज जी के सामने जो चला के बैठी हूँ और मन में हुआ कि 2025 ख़त्म होने वाला है, तो गुरु महाराज जी का इतना अच्छा, ये आखिरी 5 दिन रह गए हैं, दिसंबर का महीना है, तो नया साल आने वाला है। तो मेरे मन में हुआ कि हम गुरु महाराज जी का शुक्राना करते हैं। गुरु महाराज जी कहते कि खुशियों की चाबी ले जा और पहले शुक्राना कर, और उसका दरवाज़ा शुक्राने से ही खुलता है। तो मुझे ये था कि बस गुरु महाराज जी 2025 निकल गया है, 2026 आने वाला है। सारी संगत के लिए, सारे गुरु संगत परिवार के लिए बस मैं यही दुआ करती हूँ कि गुरु महाराज जी सबकी जो भी विशेष हैं, आप बस उनकी सबकी पूरी करना। जिनकी भी फाइनेंशली सॉरी संगत, जिनकी भी फाइनेंशली प्रॉब्लम्स हैं, जो हेल्थ इश्यूज़ हैं, सबकी, जिनकी पढ़ाई को लेके है, जिनकी हेल्थ है, जिनकी शादी नहीं हो रही, हर किसी की गुरु महाराज जी आप बस यही है, मैं यही दुआ करूँगी, यही प्रे करूँगी और यही अरदास करूँगी गुरु महाराज जी के सामने कि आप सबकी अरदासें पूरी करना इस नए साल, आने वाले नए साल में। तो संगत जी, जैसे कि मैंने अपने लास्ट सत्संग में बताया था कि मेरे को गुरु महाराज जी की कृपा से यहाँ पे हमारे यहाँ सुखमनी साहिब का पाठ चल रहा था 15 दिन। तो मुझे भी बहुत गुरु महाराज जी ने 16 और मैंने 16 और 18 मांगी थी, लेकिन मुझे 16 तारीख को, तो जब मेरा पाठ हुआ तो अगले किसी आंटी ने बोला कि मैंने करवाना है, 17-18 उनकी डेट है। तो वो आंटी जी मुझे कह रहे कि आप ना शुक्रवार करवा लो। फिर पता नहीं मेरे को मेरी बेटी के एग्ज़ाम्स भी चले थे, तो मैंने कहा नहीं, मैं शनिवार कर लेती हूँ। तो वो कहते चलो ठीक है। तो 16 को मैंने पाठ कराया। संगत जी, बहुत अच्छा हुआ सुखमनी साहिब का पाठ। और जब पाठ समाप्त हुआ, तो जब उन्होंने देग प्रसाद बांटी, तो वो कह रहे थे कि आपने बनाया ये कड़ा प्रसाद। मैंने कहा हाँ जी। तो सबको बहुत अच्छा लगा। संगत जी, मैंने बस गुरु महाराज जी का मंत्र जाप लगाया था और शब्द गुरबानी से प्रसाद बनाया, और वो इतना अच्छा बना। गुरु महाराज जी हाथ पकड़ के इतना अच्छा कड़ा प्रसाद बनाने के लिए और इतनी अच्छी जो पाठ की सेवा दी है आपने, उसके लिए मैं कोटम कोट शुक्राना करती हूँ। और जैसे ही कि मेरे को नहीं पता था कि 20 दिसंबर को ही शहीदी के जो दिन है वो शुरू होते हैं। तो वो आंटी मुझे आए, तब मैंने बनाना था तब प्रसाद के लिए खिचड़ी प्रसाद।
तो मैंने खिचड़ी प्रसाद बनानी थी, तो आंटी कहते आपने तो दिन ही बहुत अच्छा चुना है, आज ही के मतलब शहीदी के दिन शुरू हो गए हैं। तो मुझे इतना अच्छा मतलब लगा, मैंने कहा ये तो शायद गुरु महाराज जी के हुक्म के बिना नहीं हो सकता। और मेरे मन में मुझे पता भी नहीं था कि वो डेज़ एग्जैक्ट शनिवार को ही स्टार्ट हो रहे हैं। तो बहुत अच्छा लगा गुरु महाराज जी जब मैंने बनाया प्रसाद, और वहाँ पर भी मैंने अपने भाई के नाम की भी अरदास करवाई थी कि वो अपनी फाइनेंशियली प्रॉब्लम से बहुत ज़्यादा टेंस है। तो अब मैंने अरदास की गुरु महाराज जी उसकी सारी प्रॉब्लम्स जो भी हैं बस आप उसकी दूर करो और उसे खुश रखो, नया साल आने वाला सबके लिए खुशियाँ लेके आए। और संगत जी जो मैंने खिचड़ी प्रसाद बनाई थी वो मैंने पहली बार बनाई थी, और इतनी सब ने मुझे ब्लेसिंग्स दी, सब मुझे कहते कि तू बेटा पास होगी, इतना स्वाद बनी है, साथ में चटनी प्रसाद थी। तो मुझे इतना अच्छा लगा ना, इतनी मुझे ब्लेसिंग्स मिली गुरु महाराज जी की कृपा से कि सुखमनी साहिब के पाठ की आपने जो मुझे सेवा दी 2 दिन के लिए, उसके लिए मैं कोटम कोट शुक्राना करती हूँ गुरु महाराज जी। बस ऐसे ही सेवा कराते रहना और ऐसे ही सेवा देते रहना, और हम हमेशा आपका शुक्राना करते रहें हर पल, यही अरदास करती हूँ मैं। और जैसे ही 21 को नेक्स्ट डे भोग पड़ा, तब भी उन्होंने बड़ा अच्छा लंगर प्रसाद करवाया, और उस दिन ही समाप्ति हुई थी, हमें बहुत अच्छा लगा। फिर गुरु महाराज जी ने रात को बहुत अच्छा होटल में डिनर करवाया। गुरु महाराज जी अंग संग थे, इतनी ब्लेसिंग्स मिली एंजल नंबर्स की, अंग संग गुरु महाराज जी साथ थे। तो मैं बहुत बहुत शुक्राना करती हूँ गुरु महाराज जी कि आप इतना हमें इंजॉय कराते हैं। गुरु महाराज जी कहते भी हैं जय ऐश कर तेरा कल्याण करता, और गुरु महाराज जी के ये वर्डिंग्स बहुत ही सुनहरे पल होते हैं हमारे लिए। और मैं बहुत बहुत शुक्राना करती हूँ गुरु महाराज जी कि आपने दिसंबर का महीना बहुत अच्छा इंजॉय करवाया। और कल मेरा बहुत मन था कि कल 25 तारीख थे, क्रिसमस भी थे, और 25 गुरु महाराज जी का गुरुवार का दिन था। लेकिन गुरु महाराज जी ने, मैंने बहुत कोशिश की कि मैं अपना शुक्राना करूं, लेकिन नहीं हो पाया। और गुरु महाराज जी ने फिर मुझे शाम को बहुत इंजॉय, मेरे हस्बैंड अंकल आ गए टाइम पर, फिर हम मॉल गए, वहाँ गुरु महाराज जी अंग संग साथ थे, इतना इंजॉय कराया, इतना बाहर ही हमने डिनर किया, और फिर हम रात को आए वापस। हर पल हर श्वास का शुक्राना करती हूँ गुरु महाराज जी, बहुत अच्छा एंजॉय कराते हैं आप हर चीज़ का। अब लाइफ को जो ज़िंदगी जीने का मज़ा आ रहा है वो आपके साथ ही आ रहा है गुरु महाराज जी। आपके हर पल होने का एहसास कि हमें जो खुशी होती है वो डबल ट्रिपल हो जाती है कि हाँ गुरु महाराज जी हमारे अंग संग साथ हैं। उसके लिए मैं गुरु महाराज जी शुक्राना। और संगत जी क्या हुआ कि कल मैं छत पे जैसे ही कपड़े डालने जा रही थी, तो गुरु महाराज जी का मैसेज भी आया था टेलीपैथी कि मैं तुझे ब्लैक इसी बटरफ्लाई के रूप में दर्शन दूंगा। और मैं अचानक ही, सारा दिन निकल गया, दोपहर हो गई, मैं ऊपर जैसे ही छत पे टेरेस पे जा रही थी अपने कपड़े सुखाने रखने के लिए, तो अचानक ही हमारी वॉल पे एक बटरफ्लाई आई, वो ऐसे हिल रही थी प्रॉपर रहा। तो मैंने गुरु महाराज जी का मंत्र जप करना शुरू किया, और मुझे इतना अच्छा लगा गुरु महाराज जी ने जब मुझे ब्लेसिंग्स दी कि आप आए घर पे मुझे ब्लेसिंग्स देने के लिए, उसके लिए अनंतम अनंतम कोटम कोट शुक्राना गुरु महाराज जी। और मेरी बेटी की स्टडीज़ भी अच्छी चल रही हैं गुरु महाराज की कृपा से, उसके एग्ज़ाम्स हो गए हैं कंप्लीट, बहुत अच्छे एग्ज़ाम्स रहे हैं। जो मैथ्स जो बहुत ज़्यादा वीक थी, और गुरु महाराज की कृपा से उसको बहुत अच्छी एक ट्यूशन गाइडर मिली है, और उसने इतना अच्छा एग्ज़ाम्स का इस बार अटैम्प्ट किया, और पूरे मैंने जो चेकआउट किया उसके तो फुल मार्क्स ही बनते हैं। बाकी अब बाकी रिज़ल्ट बताएगा कि गुरु महाराज जी उसे अब कैसे परफॉर्म। कहती है कि मेरा पेपर बहुत अच्छा हुआ है और फुल मार्क्स आएंगे। बाकी गुरु महाराज जी ने बोला है कि मेहनत तेरी और रहमत मेरी, और मुझे पता है उसने अगर मेहनत की है तो गुरु महाराज जी अपनी रहमत ज़रूर करेंगे। उसके लिए भी मैं बहुत बहुत शुक्राना करती हूँ गुरु महाराज जी की। बेटी के बहुत अच्छे एग्ज़ाम्स हुए हैं, और अब मैं इन लॉज के घर पे जा रही हूँ, और मुझे पता है कि नया साल में शायद को पूरी मेरी गुरु महाराज जी का हुक्म देंगे और आज्ञा होगी गुरु महाराज जी की, तो मैं अपना सत्संग नए साल पे ज़रूर शेयर करूँगी। पर नया साल मैं सारी गुरु संगत परिवार को और रूहानी दीदी को भी मैं बहुत बहुत हैप्पी न्यू ईयर विश करना चाहती हूँ कि नया साल सबके लिए खुशियाँ भरा हो।
और संगत जी एक और बात कि मैंने मोनिका दी का सत्संग सुना था लास्ट 2-3 डेज़ पहले उनका सत्संग आया था और वो अपनी काफ़ी हेल्थ इश्यूज़ के लेके उनका कह रहे थे कि गुरु महाराज जी ने उनकी बहुत लंगर प्रसाद से हेल्थ प्रॉब्लम्स ठीक की हैं। किडनीज़ की भी कुछ ऐसे इश्यूज़ कह रहे थे, पीसीओडी की भी। मेरी भी संगत जी ऐसी है कि मेरी भी पीरियड्स की प्रॉब्लम बहुत ज़्यादा थी, लेकिन गुरु महाराज जी ने मुझे मोस्टली जब भी मेरा पीरियड स्टेट स्टार्ट होता था तो उसी दिन मुझे गुरु महाराज जी के वहाँ पे सत्संग पे बुलावा आता था। गुरु महाराज जी ने मुझे लंगर प्रसाद खिला के और अपने जल प्रसाद चाय प्रसाद खिला के मेरी अब काफ़ी हद तक मेरी गुरु महाराज जी की कृपा से 2 to 2.5 डेज़ पीरियड्स का फ्लो आने लग पड़ा है। अदरवाइज़ मेरे पीरियड्स का इशू सिर्फ 1 डे रह गया था, जैसे मोनिका दी बता रहे थे, सेम मेरे साथ भी ऐसे ही था। और मैं बहुत बहुत शुक्राना करती हूँ गुरु महाराज जी की, आपने सत्संग सुना के ये मेरी प्रॉब्लम भी ठीक कर दी हैं, जैसे मोनिका दीदी बताते हैं। तो मैं बहुत बहुत शुक्राना करती हूँ गुरु महाराज जी, आपने सत्संग सुना के मेरी ये हेल्थ प्रॉब्लम और ये पीरियड्स की प्रॉब्लम भी ठीक है, उसके लिए मैं कोटम कोट शुक्राना करती हूँ। गुरु महाराज जी का हुक्म काफ़ी जो इस पर मोस्टली सत्संग आ रहे हैं लास्ट वीक है, वो काफ़ी परिवार के संकट के लिए भी आ रहे हैं और संकट जी मुझे काफ़ी ब्लैक मैजिक के भी बहुत ज़्यादा और हेल्थ इश्यूज़ के भी आ रहे हैं। तो मैं यही गुरु महाराज से प्रे करती हूँ कि गुरु महाराज जी बस ये जो भी नेगेटिविटी है, ब्लैक मैजिक है, वो आप प्लीज़ ख़त्म करें और सबकी प्रॉब्लम्स दूर करें इससे। और गुरु महाराज जी का टेलीपैथी मैसेज भी आया था कि बेटा शाम को किसी भी दिन में मतलब सूरज ढलने से पहले 2 इलायची मेरा मंत्र जाप करके खा लेना, जो भी जादू टोना या बुरी नज़र है वो उतर जाएगी। तो शायद ये किसी संगत के लिए होगा कि 2 इलायची गुरु महाराज जी के स्वरूप के सामने रख के मंत्र जाप करके 7 टाइम्स कर सकते हो और आप सूरज ढलने से पहले वो खा लो। तो बहुत बहुत शुक्राना गुरु महाराज जी, अगर ये मेरे लिए होगा तो मैं भी ये अवश्य करूँगी। और इसी के साथ जो भी है गुरु महाराज जी आप सबका बस अच्छा करना, भला करना। गुरु महाराज जी आप साथ हैं तो हमें किसी ब्लैक मैजिक नेगेटिविटीज़ जादू टोने से डरने की ज़रूरत नहीं है, बिकॉज़ जहाँ कहते हैं गुरु महाराज जी साक्षात हमारे घर में विराजमान है, वहाँ कोई भी बुरी नज़र नेगेटिविटी घर पे नहीं आ सकती। तो मैं इसी के साथ गुरु महाराज जी का अनंतम शुक्राना करनी चाहूँगी कि बस गुरु महाराज जी ये मेरा सत्संग स्वीकार करना अपने चरणों में। और रूहानी दी का बहुत बहुत स्पेशल थैंक्स करना चाहूँगी, बिकॉज़ वो मेरा सत्संग इमीडिएटली नेक्स्ट डे शेयर कर देती हैं। शुक्राना बहुत बहुत गुरु महाराज जी, और थैंक्स रूहानी दीदी। और यही हमारा गुरु संगत परिवार बन गया है और हमें बहुत अच्छा लगता है कि हम अपने सत्संग शेयर करें और हर किसी को अपनी ब्लेसिंग्स हमें उन्हें मिले और उनकी जो भी प्रॉब्लम्स हैं वो गुरु महाराज जी दूर करें। सत्संग सुनाने वाले का भी भला होता है और सत्संग सुनने वाले का भी भला होता है। तो सत्संग सुनते रहिए, संगत जी गुरु महाराज जी पे पूरा ट्रस्ट करें, विश्वास करें, जल प्रसाद पीते रहें। मैंने बड़े मंदिर से गुरु महाराज जी वहाँ पे अपना लोटा वहाँ पे लोटा मैंने ब्लेस करवाया था और गुरु महाराज की कृपा से मेरे को लास्ट हो गए 1 वीक जल प्रसाद आधे से मैं नहाती हूँ और आधे से मैं पीती हूँ। और उसके लिए मुझे काफ़ी अच्छा लगता है, पॉजिटिविटी आती है मन में, एनर्जी सी फील होती है कि हाँ कोई जो भी हमारे अंदर नेगेटिविटी है या कोई भी हमारे अंदर हेल्थ इश्यूज़ चल रही हैं वो गुरु महाराज जी दूर कर रहे हैं। उसके लिए मैं कोटम कोट शुक्राना करती हूँ गुरु महाराज जी कि ऐसे ही आप सबको हेल्थ ब्लेस करते रहें। और मैं इसी के साथ अपना सत्संग यहीं पर विराम करना चाहूँगी और गुरु महाराज जी की आज्ञा से नया शुक्राना नए साल में लेके आऊँगी गुरु महाराज जी की आज्ञा से। और मैं अब मंत्र जाप करना चाहूँगी अपने गुरु महाराज जी का। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, शुक्राना गुरु जी, अनंतम अनंतम कोटम कोट शुक्राना मेरे गुरु महाराज जी। जय गुरु जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं।
ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी। गुरु जी शुक्राना, शुक्राना।